पंजाब दा इरीगेशन स्कैम 1000 करोड़ तो भी वध दस्सिया जाने वाला कपला जिहड़ा पंजाब दे सिंचाई विभाग विच होया ਉਹਨੂੰ ਐਕਸਪਲੇਨ ਕਰਨ ਦੇ ਲਈ ਮੈਂ ਮਨਵੀਰ ਕੌਰ ਇਹ ਵੀਡੀਓ ਬਣਾ ਰਹੀ ਹਾਂ। ਜਿਵੇਂ ਆਪਣੇ ਦਿਮਾਗ ਦੇ ਵਿੱਚ ਬੜੇ ਬੇਸਿਕ ਜਿਹੇ ਸਵਾਲ ਨੇ ਕਿ ਇਹ ਕਪਲਾ ਕਦੋਂ ਹੋਇਆ ਸੀ, ਕਿਹਨੇ ਕੀਤਾ ਸੀ, ਕਿਹਦੇ ਨਾਮ ਇਹਦੇ ਵਿੱਚ ਆਏ ਔਰ ਕੀ ਕਾਰਵਾਈ ਹੋਈ। ਇਹਨਾਂ ਚਾਰਾਂ ਸਵਾਲਾਂ ਦੇ ਜਵਾਬ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਅੱਗੇ ਰੱਖਾਂਗੀ। ਇਹ ਉਹ ਕਪਲਾ ਹੈ ਪੰਜਾਬ ਇਰੀਗੇਸ਼ਨ ਸਕੈਮ ਜਦੋਂ 2007 ਤੋਂ 2017 ਦੇ ਵਿੱਚ ਲਗਾਤਾਰ 10 ਸਾਲ ਸ਼੍ਰੋਮਣੀ ਅਕਾਲੀ ਦਲ ਐਂਡ ਬੀਜੇਪੀ ਸਰਕਾਰ ਰਹੀ। ਉਹ ਗਠਜੋੜ ਦੀ ਸਰਕਾਰ ਦੇ ਦੌਰਾਨ ਕੁਝ ਕੁ ਚੀਜ਼ਾਂ ਹੋਈਆਂ ਜਿਨ੍ਹਾਂ ਨੂੰ ਅਗਲੇ ਚੀਫ ਮਿਨਿਸਟਰ ਜਿਹੜੇ ਆਏ 2017 ਦੇ ਵਿੱਚ ਹੀ ਅਪ੍ਰੈਲ ਦੇ ਵਿੱਚ ਮੇਰੇ ਅਕੋਰਡਿੰਗਲੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਅੰਦਰ ਹੀ ਵਿਜੀਲੈਂਸ ਬਿਊਰੋ ਜਿਹੜਾ ਸੀ, ਵਿਜੀਲੈਂਸ ਦਾ ਮਹਿਕਮਾ ਸੀ, ਉਹ ਖੁਦ ਹੈਂਡਲ ਕਰਦੇ ਸੀ। ਤਾਂ ਇੱਕ ਜਾਂਚ ਪੜਤਾਲ ਖੋਲੀ ਜਾਂਦੀ ਹੈ। ਉਹ ਖੋਲੀ ਜਾਂਦੀ ਹੈ ਜਾਂਚ ਪੜਤਾਲ ਇੱਕ ਬੰਦੇ ਤੇ ਗੁਰਿੰਦਰ ਸਿੰਘ ਪਾਪਾ ਉਹਦੇ ਤੇ ਜਾਂਚ ਪੜਤਾਲ ਖੋਲੀ ਜਾਂਦੀ ਹੈ ਕਿਉਂਕਿ ਉਸ ਬੰਦੇ ਉਹ ਇੱਕ ਬੜਾ ਛੋਟੇ ਲੈਵਲ ਦਾ ਹੀ ਇੱਕ ਮੀਡੀਓਕਰ ਕੰਟਰੈਕਟਰ ਸੀ, ਬਟ ਵਿਦਿਨ ਫਿਊ ਸਾਲਾਂ ਦੇ ਵਿੱਚ ਹੀ ਉਹਦੀ ਜਿਹੜੀ ਇਨਕਮ ਆ ਉਹ 100 ਗੁਣਾ ਵੱਧ ਜਾਂਦੀ ਆ। ਉਹ ਮਲਟੀ ਮਿਲੀਅਨੇਅਰ ਬਣ ਜਾਂਦਾ। ਅਗਰ ਉਹਨੇ 2006 ਔਰ 2007 ਦੇ ਵਿੱਚ ਆਪਣੀ ਇਨਕਮ ਟੈਕਸ ਰਿਟਰਨ 3 ਜਾਂ 4 ਕਰੋੜ ਭਰੀ ਹੁੰਦੀ ਆ, ਉਹੀ ਇਨਕਮ ਟੈਕਸ ਰਿਟਰਨ ਜਾਂ ਉਹਦਾ ਜਿਹੜਾ ਕੰਪਨੀ ਦਾ ਟਰਨਓਵਰ ਸੀ ਉਹ 2016-17 ਮਹਿਜ 10 ਸਾਲਾਂ ਦੇ ਵਿੱਚ ਹੀ 300-350 ਕਰੋੜ ਨੂੰ ਪਾਰ ਹੋ ਜਾਂਦਾ। ਸੋ ਉਹਦੇ ਇਸ ਸਾਰੇ ਜਿਹੜਾ ਉਹ ਇੰਪਾਇਰ ਬਣਾ ਰਿਹਾ ਸੀ ਉਹਦਾ ਪਿੱਛੇ ਕਾਰਨ ਇਹੀ ਦੱਸਿਆ ਜਾ ਰਿਹਾ ਸੀ, ਰਾਜ ਇਹੀ ਸਾਹਮਣੇ ਆਉਂਦਾ ਸੀ ਕਿ ਇਹਦੀ ਬੰਦੇ ਦੀ ਬਹੁਤ ਵੱਡੇ ਬੰਦਿਆਂ ਨਾਲ ਉੱਠਣੀ ਬੈਠਣੀ ਆ। ਵੱਡੇ ਬੰਦੇ ਕਹਿਣ ਤੋਂ ਭਾਵ ਇਨਫਲੂਐਂਸ਼ੀਅਲ ਲੋਕਾਂ ਨਾਲ, ਜਿਵੇਂ ਕਿ ਪੋਲੀਟੀਸ਼ੀਅਨਸ, ਜਿਵੇਂ ਕਿ ਬਿਊਰੋਕਰੇਟਸ ਐਂਡ ਜਿਵੇਂ ਕਿ ਹੋਰ ਜਿਹੜੇ ਸਰਕਾਰੀ ਦਰਬਾਰੇ ਜਿਹੜੇ ਲੋਕ ਹੁੰਦੇ ਆ। ਔਰ ਕਿਹਾ ਗਿਆ ਕਿ ਉਹੀ ਇਨਫਲੂਐਂਸ ਯੂਜ਼ ਕਰਕੇ ਇਸ ਬੰਦੇ ਨੇ ਇੰਨਾ ਪੈਸਾ ਕਮਾਇਆ। ਸੋ ਇਹਦੇ ਵਿੱਚੋਂ ਹੀ ਫਰਦਰ ਜਿਹੜੀ ਜਾਂਚ ਪੜਤਾਲ ਨਿਕਲੀ ਉਹ 'ਚੋਂ ਪਤਾ ਲੱਗਿਆ ਕਿ ਇਹ ਸਾਰਾ ਪੈਸਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਿੰਚਾਈ ਵਿਭਾਗ ਦੇ ਅੰਦਰ ਟੈਂਡਰ ਦੇਣ ਲੱਗੇ, ਜੋ ਇੱਕ ਤਰ੍ਹਾਂ ਨਾਲ ਰੂਲਸ ਨੂੰ ਲਾਂਭੇ ਰੱਖ ਦਿੱਤਾ ਗਿਆ ਔਰ ਇੱਕ ਬੰਦੇ ਨੂੰ ਫੇਵਰ ਕਰਕੇ ਸਾਰੇ ਟੈਂਡਰਸ ਉਹਦੀ ਝੋਲੀ ਦੇ ਵਿੱਚ ਪਾ ਦਿੱਤੇ ਗਏ। ਉਹਦੇ ਕਰਕੇ ਹੀ ਫਰਦਰ ਇਹ ਜਿਹੜਾ ਸਕੈਮ ਸੀਗਾ ਇਹ ਅਨਅਰਥ ਹੋਇਆ। ਵਿਜੀਲੈਂਸ ਬਿਊਰੋ ਨੇ ਇਹਦੀ ਜਾਂਚ ਪੜਤਾਲ ਕੀਤੀ ਸੀ 2017 ਦੇ ਵਿੱਚ ਹੀ ਅਗਸਤ ਮਹੀਨੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਇਹ ਜਾਂਚ ਪੜਤਾਲ ਜਿਹੜੀ ਹੈ ਤੇ ਸ਼ੁਰੂ ਕਰਤੀ ਸੀ। ਸ਼੍ਰੋਮਣੀ ਅਕਾਲੀ ਦਲ ਐਂਡ ਭਾਜਪਾ ਸਰਕਾਰ ਦੇ ਵੇਲੇ ਮਤਲਬ ਕਿ 2007 ਤੋਂ 2017 ਦੇ ਦੌਰਾਨ ਜਿਹੜਾ ਪੰਜਾਬ ਦਾ ਸਿੰਚਾਈ ਵਿਭਾਗ ਆ ਉਹਦੇ ਵੱਲੋਂ ਟੈਂਡਰ ਕੱਢੇ ਗਏ। ਟੈਂਡਰ ਇਸ ਲਈ ਕੱਢੇ ਗਏ ਕਿ ਜਿਹੜੀਆਂ ਡਰੇਨਸ ਨੇ ਜਾਂ ਜਿਹੜੇ ਸਿੰਚਾਈ ਦੇ ਨਾਲ ਜੁੜੇ ਹੋਏ ਜਿਹੜੇ ਪਾਈਪਲਾਈਨ ਵਰਕ ਆ ਜਾਂ ਜਿਹੜੀਆਂ ਡਰੇਨਾਂ ਆ, ਜਿਹੜੇ ਡੈਮ ਆ, ਉਹਨਾਂ ਦੀ ਰਿਪੇਅਰ ਕਰਨ ਦਾ ਕੰਮ ਠੇਕਾ ਦੇਣਾ ਸੀ ਲੋਕਾਂ ਨੂੰ। ਉਹਦੇ ਕਰਕੇ ਟੈਂਡਰ ਕੱਢੇ ਗਏ। ਵਿਜੀਲੈਂਸ ਬਿਊਰੋ ਦੀ ਜਾਂਚ ਪੜਤਾਲ ਨੇ ਇਹ ਕਿਹਾ ਕਿ ਜਿਹੜੇ ਉਹ ਟੈਂਡਰ ਕੱਢੇ ਗਏ ਸੀ ਸਿੰਚਾਈ ਵਿਭਾਗ ਵੱਲੋਂ ਉਹਦੇ ਵਿੱਚ ਉਹ ਟੇਲਰ ਮੇਡ ਟੈਂਡਰ ਸੀ। ਮਤਲਬ ਇਹਦਾ ਕੀ ਹੋਇਆ, ਉਹਦੇ ਵਿੱਚ ਵੀ ਕਸਟਮਾਈਜ਼ੇਸ਼ਨ ਕੀਤੀ ਗਈ। ਮਤਲਬ ਕਿ ਉਹ ਟੈਂਡਰ ਸਿਰਫ ਇਸ ਢੰਗ ਨਾਲ ਬਣਾਏ ਗਏ ਤਾਂ ਕਿ ਉਹਨੂੰ ਸਿਰਫ ਔਰ ਸਿਰਫ ਇੱਕੋ ਬੰਦਾ ਹੀ ਲੈ ਸਕੇ, ਬਾਕੀ ਦਾ ਕੋਈ ਲਵੇ ਨਾ। ਜਿਹਦਾ ਨਾਮ ਗੁਰਿੰਦਰ ਸਿੰਘ ਪਾਪਾ ਆ, ਜਿਹੜਾ ਅਲਟੀਮੇਟਲੀ ਠੇਕੇਦਾਰ ਸੀ, ਕੰਟਰੈਕਟਰ ਸੀ। ਉਹਨੂੰ ਵਿਜੀਲੈਂਸ ਬਿਊਰੋ ਵੱਲੋਂ ਅਰੈਸਟ ਵੀ ਕੀਤਾ ਜਾਂਦਾ ਔਰ ਅੱਗੇ ਜਾਂਚ ਪੜਤਾਲ ਖੁੱਲ੍ਹਦੀ ਹੈ। ਸੋ ਇਹਦੇ ਵਿੱਚ ਜਿਹੜਾ ਕਪਲੇਬਾਜ਼ੀ ਹੋਈ ਇਹ ਹੋਈ ਕਿ ਜਿਹੜੇ ਉਹ ਟੈਂਡਰ ਕੱਢੇ ਗਏ ਉਹਦੇ ਵਿੱਚ ਰੂਲਸ ਐਂਡ ਗਾਈਡਲਾਈਨਸ ਨੂੰ ਪਿੱਛੇ ਰੱਖ ਕੇ ਇੱਕ ਖਾਸ ਬੰਦੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਉਹ ਟੈਂਡਰਸ ਨੂੰ ਇਸ ਢੰਗ ਨਾਲ ਬਣਾਇਆ ਗਿਆ ਕਿ ਉਹੀ ਬੰਦਾ ਉਸ ਟੈਂਡਰ ਨੂੰ ਲਵੇ ਔਰ ਈਵਨ ਜਿਹੜਾ ਪੈਸਾ ਸੀ ਉਹ ਵੀ ਕਿਤੇ ਜ਼ਿਆਦਾ ਦੱਸ ਕੇ ਉਹ ਟੈਂਡਰ ਦੇ ਦਿੱਤੇ ਗਏ। ਵਿਜੀਲੈਂਸ ਬਿਊਰੋ ਦੀ ਜਾਂਚ ਦੇ ਵਿੱਚ ਇਹ ਵੀ ਆਇਆ ਕਿ ਬਹੁਤ ਇਰਰੈਗੂਲੈਰਿਟੀਜ਼ ਸੀਗੀਆਂ ਜਿਹੜੀਆਂ ਫੋਲੋ ਕੀਤੇ ਗਏ। ਰੂਲਸ ਔਰ ਗਾਈਡਲਾਈਨਸ ਨੂੰ ਖੁੱਡੇ ਲੈਣ ਲਾ ਦਿੱਤਾ ਗਿਆ ਔਰ ਸਿਰਫ ਇੱਕ ਬੰਦੇ ਨੂੰ ਹੀ ਮੈਕਸਿਮਮ ਨੰਬਰ ਆਫ ਟੈਂਡਰਸ, ਅਗਰ ਪੈਸੇ ਦੇ ਪੱਖ ਤੋਂ ਦੇਖੀਏ ਤਾਂ ਵਿਜੀਲੈਂਸ ਬਿਊਰੋ ਦੀ ਰਿਪੋਰਟ ਕਹਿੰਦੀ ਹੈ ਕਿ 60% ਤੋਂ ਵੀ ਵੱਧ ਪੈਸੇ ਵਾਲੇ ਟੈਂਡਰ ਸੀਗੇ ਉਹ ਸਾਰੇ ਦੇ ਸਾਰੇ ਇੱਕ ਬੰਦੇ ਨੂੰ ਗੁਰਿੰਦਰ ਸਿੰਘ ਪਾਪਾ ਨੂੰ ਹੀ ਦੇ ਦਿੱਤੇ ਗਏ। ਪਲੱਸ ਇਹਦੇ ਵਿੱਚ ਜਿਹੜੇ ਕੰਮ ਹੋਣੇ ਸੀ, ਜਿਵੇਂ ਜਿਹੜੇ ਵੀ ਪ੍ਰੋਜੈਕਟਸ ਦੇ ਟੈਂਡਰ ਇਸ ਬੰਦੇ ਨੂੰ ਮਿਲੇ ਸੀ ਗੁਰਿੰਦਰ ਸਿੰਘ ਪਾਪਾ ਨੂੰ, ਉਹਦੀ ਜਦੋਂ ਰਿਪੋਰਟ ਵਿਜੀਲੈਂਸ ਬਿਊਰੋ ਮੰਗਵਾਉਂਦਾ ਇਰੀਗੇਸ਼ਨ ਡਿਪਾਰਟਮੈਂਟ ਤੋਂ ਔਰ ਉਹਦੀ ਫਰਦਰ ਕਾਰਵਾਈ ਹੁੰਦੀ ਹੈ ਤਾਂ ਉਹਦੇ ਵਿੱਚੋਂ 3 ਰਿਪੋਰਟਸ ਤਾਂ ਵਿਜੀਲੈਂਸ ਬਿਊਰੋ ਆਪਣੇ ਪਹਿਲੇ ਚਲਾਨ 'ਚ ਹੀ ਉਹਨਾਂ ਨੂੰ ਸਕਰੂਟੀਨਾਈਜ਼ ਕਰਕੇ ਪੇਸ਼ ਕਰ ਦਿੰਦਾ, ਜਿਹਦੇ ਵਿੱਚ ਕੰਢੀ ਏਰੀਆ ਦੇ ਨਾਲ ਲੱਗਦੇ ਕੁਛ ਕੁ ਡੈਮ ਸੀ, ਡਰੇਨ ਸੀਗੀਆਂ, ਪਲੱਸ ਅੱਗੇ ਇੱਕ ਕਨਾਲ ਦਾ ਕੰਮ ਸੀ, ਜਿਹਦੇ ਵਿੱਚ ਵਿਜੀਲੈਂਸ ਬਿਊਰੋ ਨੇ ਪਾਇਆ ਕਿ ਇਹਦੇ ਵਿੱਚ ਜਿੰਨਾ ਪੈਸੇ ਦੀ ਲਾਗਤ ਆਉਣੀ ਚਾਹੀਦੀ ਸੀ ਉਹਦੇ ਤੋਂ ਕਿਤੇ ਜ਼ਿਆਦਾ ਲਾਗਤ ਦਿਖਾਈ ਗਈ ਹੈ। ਪਲੱਸ ਜਿਹੜਾ ਮਟੀਰੀਅਲ ਵਰਤਿਆ ਗਿਆ ਉਹ ਵੀ ਗੁੱਡ ਕੁਆਲਿਟੀ ਐਂਡ ਕੁਆਂਟੀਟੀ ਦਾ ਨਹੀਂ ਵਰਤਿਆ ਗਿਆ। ਮੈਂ ਕੁਝ ਕੁ ਰਿਪੋਰਟਾਂ ਵੀ ਪੜ੍ਹ ਰਹੀ ਸੀ ਜਿਹੜੀਆਂ ਲੋਕਾਂ ਦੇ ਫੀਡਬੈਕ ਸੀ, ਜਿਹੜੇ ਲੋਕਾਂ ਤੋਂ ਪੱਖ ਲਏ ਹੋਏ ਸੀ ਕੁਝ ਪੱਤਰਕਾਰਾਂ ਨੇ, ਜਿਨ੍ਹਾਂ ਰਿਪੋਰਟਸ ਦਾ ਕਹਿਣਾ ਸੀ ਕਿ ਉਹਦੇ ਵਿੱਚ ਦਰਾੜਾਂ ਪੈ ਗਈਆਂ ਸੀ, ਜਿਹੜੇ ਕੰਮ
ਕੀਤੇ ਗਏ ਸੀਗੇ ਉਹ ਇੰਨੀ ਲੋ ਜਾਂ ਪੂਅਰ ਕੁਆਲਿਟੀ ਦਾ ਕੰਮ ਸੀ ਕਿ ਲੋਕਾਂ ਦੇ ਆਲੇ ਦੁਆਲੇ ਖੇਤਾਂ ਦੇ ਵਿੱਚ ਸਾਰੇ ਪਾਸੇ ਪਾਣੀ ਲੀਕ ਹੋਣ ਦੇ ਨਾਲ ਪਡਲਸ ਬਣ ਗਏ ਸੀਗੇ ਕਿ ਇੰਨੀ ਬੁਰੀ ਕੁਆਲਿਟੀ ਦਾ ਮਟੀਰੀਅਲ ਲਗਾਇਆ ਗਿਆ ਸੀ। ਪੈਸੇ ਦੀ ਕਪਲੇਬਾਜ਼ੀ ਇਸ ਲੈਵਲ ਤੇ ਵੀ ਕੀਤੀ ਗਈ ਕਿ ਫੇਕ ਪੈਸਾ ਦਿਖਾ ਦਿੱਤਾ ਗਿਆ ਜਾਂ ਫੇਕ ਟਰਾਂਸਪੋਰਟੇਸ਼ਨ ਦਾ ਖਰਚਾ ਲੈ ਲਿਆ ਕਿ ਮਿੱਟੀ ਚੁੱਕ ਕੇ ਇਸ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਪਾਉਣੀ ਆ, ਬਟ ਜਦ ਕਿ ਉੱਥੇ ਇੱਕ ਨੇੜੇ ਪੈਂਦੀ ਜਿਹੜੀ ਹੁਸ਼ਿਆਰਪੁਰ ਏਰੀਆ ਦਾ ਜਿਹੜਾ ਪ੍ਰੋਜੈਕਟ ਉਹਨਾਂ ਨੇ ਵਿਜੀਲੈਂਸ ਬਿਊਰੋ ਨੇ ਦੇਖਿਆ, ਉਹਦੇ ਵਿੱਚ ਨੇੜੇ ਲੱਗਦੀ ਇੱਕ ਹਿੱਲ ਤੋਂ ਹੀ ਮਿੱਟੀ ਪੱਟ ਕੇ ਸਾਰਾ ਕੰਮ ਸਾਰਦੇ ਰਹੇ, ਜੋ ਕਿ ਇਲੀਗਲ ਸੀ। ਪਰ ਉਹਦੇ ਬਾਵਜੂਦ ਵੀ ਕਈ ਲੱਖ ਰੁਪਈਆ ਉਹ ਇਰੀਗੇਸ਼ਨ ਡਿਪਾਰਟਮੈਂਟ ਤੋਂ ਲੈ ਗਏ, ਇਹ ਕਹਿ ਕੇ ਕਿ ਅਸੀਂ ਮਿੱਟੀ ਟਰਾਂਸਪੋਰਟੇਟ ਕੀਤੀ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਪਣੇ ਕੰਮ ਦੇ ਲਈ। ਇਹ ਜਿਹੜਾ ਸਿੰਚਾਈ ਵਿਭਾਗ ਦੇ ਨਾਲ ਕੀਤਾ ਹੋਇਆ ਘਪਲਾ ਆ, ਇਹਦੇ ਵਿੱਚ ਜਿਹੜੀ ਪੰਜਾਬ ਸਟੇਟ ਹੈ ਉਸ ਸਟੇਟ ਨੂੰ ਘਾਟਾ ਪਿਆ ਹੈ। ਇਹ ਸਟੇਟ ਦੇ ਲਈ ਇਹ ਜਿਹੜਾ 1000 ਕਰੋੜ ਦਾ ਘਾਟਾ, 1100 ਕਰੋੜ ਦਾ ਘਾਟਾ ਹੈ, ਜਾਂ ਕਈ ਅਖਬਾਰ ਦਾ ਕਹਿਣਾ ਕਿ 2000 ਕਰੋੜ ਤੱਕ ਵੀ ਇਹ ਘਾਟਾ ਜਿਹੜਾ ਹੈ ਸਕੈਮ ਜਿਹੜਾ ਹੈ ਟੱਚ ਕਰ ਸਕਦਾ ਹੈ। ਇਹਦੇ ਵਿੱਚ ਬਹੁਤ ਐਦਾਂ ਦੇ ਟੈਂਡਰਾਂ ਦੇ ਵਿੱਚ ਟਰਮਸ ਰੱਖੀਆਂ ਗਈਆਂ ਜਿਹੜੀਆਂ ਟਰਮ ਸਿਰਫ ਇੱਕ ਬੰਦੇ ਨੂੰ ਹੀ ਫਾਇਦਾ ਪਹੁੰਚਾਉਣ, ਜਾਂ ਛੋਟੇ-ਛੋਟੇ ਪ੍ਰੋਜੈਕਟਸ ਨੂੰ ਕਲੱਬ ਕਰਕੇ ਇੱਕ ਵੱਡਾ ਪ੍ਰੋਜੈਕਟ ਬਣਾ ਦਿੱਤਾ ਗਿਆ, ਜਿਵੇਂ ਕਿ ਉਹ ਠੇਕੇਦਾਰ ਕਹਿੰਦਾ ਸੀ, ਚਾਹੁੰਦਾ ਸੀ ਕਿ ਉਹਨੂੰ ਉਹਨੇ ਹੀ ਪ੍ਰੋਜੈਕਟ ਲੈਣੇ ਸੀ, ਉਵੇਂ ਹੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਟੇਲਰ ਮੇਡ ਕਸਟਮਾਈਜ਼ ਮੋਡੀਫਿਕੇਸ਼ਨਸ ਆਪਣੇ ਅਕੋਰਡਿੰਗਲੀ ਕਰ ਦਿੱਤੀਆਂ ਗਈਆਂ। ਸੋ ਇਹ ਚੀਜ਼ਾਂ ਵਿਜੀਲੈਂਸ ਬਿਊਰੋ ਦਾ ਕਹਿਣਾ ਕਿ ਦਿਖਾਉਂਦੀਆਂ ਹੈ ਕਿ ਆਪਸ ਦੇ ਵਿੱਚ ਮਿਲ ਕੇ ਵਿਭਾਗ ਦੇ ਅੰਦਰੂਨੀ ਲੋਕ, ਪੋਲੀਟੀਸ਼ੀਅਨਸ, ਬਿਊਰੋਕਰੇਟਸ ਐਂਡ ਇੱਕ ਉਹ ਠੇਕੇਦਾਰ ਆਪਸ ਦੇ ਵਿੱਚ ਕੰਮ ਕਰ ਰਹੇ ਸੀ ਤਾਂ ਕਿ ਇੱਕ ਦੂਜੇ ਨੂੰ ਫਾਇਦਾ ਪਹੁੰਚਾ ਸਕਣ। ਇੱਥੋਂ ਤੱਕ ਕਿ ਵਿਜੀਲੈਂਸ ਬਿਊਰੋ ਦੀ ਜਿਹੜੀ ਇਨਕੁਆਇਰੀ ਹੋਈ ਸੀ ਉਹਦੇ ਵਿੱਚ ਜਦੋਂ ਦੇ ਗੁਰਿੰਦਰ ਪਾਪਾ ਦੇ ਘਰ ਤੇ ਰੇਡ ਪੈਂਦੀ ਆ, ਉੱਥੋਂ ਜਿਹੜੀਆਂ ਚੀਜ਼ਾਂ ਬਰਾਮਦ ਹੁੰਦੀਆਂ ਤਾਂ ਉਹ ਡਾਕੂਮੈਂਟਸ ਵੀ ਉਹ ਹੁੰਦੇ ਆ ਜਿਹੜੇ ਕਿ ਸਿਰਫ ਔਰ ਸਿਰਫ ਸਿੰਚਾਈ ਵਿਭਾਗ ਦੇ ਦਫ਼ਤਰ 'ਚ ਹੀ, ਉਹਨਾਂ ਦੀ ਕਸਟਡੀ 'ਚ ਹੀ ਹੋਣੇ ਚਾਹੀਦੇ ਸੀ, ਪਰ ਉਹ ਗੁਰਿੰਦਰ ਪਾਪਾ ਦੇ ਘਰ ਤੋਂ ਬਰਾਮਦ ਕੀਤੇ ਹੋਏ ਵਿਜੀਲੈਂਸ ਬਿਊਰੋ ਦਿਖਾਉਂਦੀ ਹੈ। ਸੋ ਇੱਥੋਂ ਵੀ ਪਤਾ ਲੱਗਦਾ ਹੈ ਕਿ ਇਹ ਕਾਲਾ ਮਾਲਾ ਜਿਹੜਾ ਆ ਇਰੀਗੇਸ਼ਨ ਡਿਪਾਰਟਮੈਂਟ ਇੱਕ ਬਹੁਤ ਸਿੱਧੇ ਢੰਗ ਦੇ ਨਾਲ ਹੀ ਗੁਰਿੰਦਰ ਪਾਪਾ ਨੂੰ ਸਾਰੇ ਦੇ ਸਾਰੇ ਫਾਇਦੇ ਪਹੁੰਚਾਉਣਾ ਚਾਹੁੰਦਾ ਸੀ। ਈਵਨ ਜਿਹੜਾ ਇੱਕ ਲੈਟਰ ਵਿਜੀਲੈਂਸ ਬਿਊਰੋ ਵੱਲੋਂ ਦਿੱਤਾ ਗਿਆ ਸੀ ਇਰੀਗੇਸ਼ਨ ਡਿਪਾਰਟਮੈਂਟ ਨੂੰ, ਜਿਹਦੇ ਵਿੱਚ ਉਹਨਾਂ ਮੰਗ ਕੀਤੀ ਸੀ ਕਿ ਗੁਰਿੰਦਰ ਪਾਪਾ ਦੇ ਨਾਲ ਜੁੜੀਆਂ ਹੋਈਆਂ ਜੋ ਫਾਈਲਾਂ ਆ ਉਹਦੇ ਪ੍ਰੋਜੈਕਟ ਦੇ ਨਾਲ ਸਾਨੂੰ ਭੇਜੀਆਂ ਜਾਣ, ਤਾਂ ਉਹ ਵੀ ਲੈਟਰ ਜਿਹੜਾ ਆ ਵਿਜੀਲੈਂਸ ਬਿਊਰੋ ਜਦੋਂ ਗੁਰਿੰਦਰ ਪਾਪਾ ਦੇ ਘਰ ਤੇ ਛਾਪਾ ਮਾਰਦੀ ਆ ਤਾਂ ਉੱਥੋਂ ਬਰਾਮਦ ਕਰਦੀ ਆ, ਜਿਹੜਾ ਕਿ ਇਰੀਗੇਸ਼ਨ ਵਿਭਾਗ ਦੀ ਪ੍ਰਾਪਰਟੀ ਸੀ ਜਾਂ ਉਹਦੀ ਕਸਟਡੀ 'ਚ ਹੋਣਾ ਚਾਹੀਦਾ ਸੀ। ਈਵਨ ਐਦਾਂ ਦੀਆਂ ਚੀਜ਼ਾਂ ਵੀ ਰਿਪੋਰਟ ਕਰਦੇ ਸਾਹਮਣੇ ਆਈਆਂ ਕਿ ਵਿਜੀਲੈਂਸ ਬਿਊਰੋ ਦਾ ਕਹਿਣਾ ਹੈ ਕਿ ਇਹ ਜਿਹੜਾ ਕਿੰਗ ਪਿਨ ਹੈ, ਮਾਸਟਰਮਾਈਂਡ ਜਿਹਨੂੰ ਕਹਿੰਦੇ ਆ, ਗੁਰਿੰਦਰ ਸਿੰਘ ਪਾਪਾ, ਉਹਦੇ ਵੱਲੋਂ ਇੱਦਾਂ ਦੀਆਂ ਈਮੇਲਸ ਜਾਂ ਕਾਲ ਰਿਕਾਰਡ ਉਹਦੇ ਮਿਲੇ ਜਿਹੜੀਆਂ ਉਹ ਆਪ ਹੀ ਬਣਾ ਕੇ ਉਹਨਾਂ ਨੂੰ ਟੈਂਡਰ ਭੇਜਦਾ ਸੀ, ਔਰ ਉਹੀ ਟੈਂਡਰ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਬੋਲੀ ਲੱਗਦੀ ਸੀ, ਬਿਡਿੰਗ ਹੁੰਦੀ ਸੀ, ਸਿਰਫ ਔਰ ਸਿਰਫ ਇੱਕ ਇਸੇ ਬੰਦੇ ਨੂੰ ਹੀ ਫਾਇਦਾ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਸੀ, ਔਰ ਅਲਟੀਮੇਟਲੀ ਇਹ ਫਾਇਦਾ ਪਹੁੰਚਾਇਆ ਵੀ। ਇਸ ਤੋਂ ਇਲਾਵਾ ਇਰੀਗੇਸ਼ਨ ਡਿਪਾਰਟਮੈਂਟ ਨੇ ਜਿਹੜੇ ਐਸਟੀਮੇਟ ਲਾਏ, ਜਿਵੇਂ ਕਿ ਕੋਈ ਪਾਈਪਲਾਈਨ ਦਾ ਕੰਮ ਜਿਹੜਾ ਹੋਣਾ ਸੀ ਉਹਦਾ ਜੋ ਐਸਟੀਮੇਟ ਲਾ ਕੇ ਮਾਰਕੀਟ ਰੇਟ ਤੋਂ ਘੱਟ ਜੋ ਰੇਟ ਇਹਨਾਂ ਨੂੰ ਲੱਗਿਆ ਇਰੀਗੇਸ਼ਨ ਡਿਪਾਰਟਮੈਂਟ ਨੂੰ, ਉਹਦੇ ਤੋਂ ਕਈ ਗੁਣਾ ਵਧਾ ਕੇ, ਈਵਨ ਕਈ ਕੇਸਿਸ ਦੇ ਵਿੱਚ ਤਾਂ 35, 40 ਜਾਂ 50% ਵੀ ਵਧਾ ਕੇ ਟੈਂਡਰ ਦਿੱਤੇ ਗਏ ਨੇ, ਔਰ ਉਹਨਾਂ ਨੂੰ ਇਹ ਦਿਖਾ ਦਿੱਤਾ ਗਿਆ ਕਿ ਇਹ ਮਾਰਕੀਟ ਦਾ ਸਭ ਤੋਂ ਘੱਟ ਦਾ ਮੁੱਲ ਸੀ, ਅਸੀਂ ਇਸ ਕਰਕੇ ਇਹ ਬਿਡ ਜਿਹੜੀ ਹੋਈ ਆ, ਟੈਂਡਰ ਆ, ਇਹਨੂੰ ਦਿੱਤਾ ਆ। ਪਰ ਅਲਟੀਮੇਟਲੀ ਇਹ ਵੀ ਇੱਕ ਧੋਖੇ ਸੀਗੇ, ਜਾਂ ਇੱਕ ਤਰ੍ਹਾਂ ਦੇ ਨਾਲ ਇਹ ਵੀ ਸਾਬਿਤ ਕਰਦਾ ਸੀ ਕਿ ਇਹ ਆਪਸ ਦੇ ਵਿੱਚ ਰਲ ਮਿਲ ਕੇ ਹੀ ਘੁਟਾਲਾ ਕੀਤਾ ਗਿਆ। ਗੁਰਿੰਦਰ ਸਿੰਘ ਪਾਪਾ, ਜਿਹਨੂੰ ਮਾਸਟਰਮਾਈਂਡ ਵਿਜੀਲੈਂਸ ਬਿਊਰੋ ਨੇ ਕਿਹਾ, ਉਹਨੇ ਖੁਦ ਇਹ ਕਨਫੈਸ ਕੀਤਾ ਕਿ ਉਹਦੇ ਲਿੰਕ ਸੀਗੇ ਜਾਂ ਇਹਦੇ ਵਿੱਚ ਇਸ ਪੂਰੇ ਕਪਲਾ ਕਾਂਡ ਦੇ ਵਿੱਚ ਇੱਕ ਪੁਰਾਣਾ ਮਿਨਿਸਟਰ, ਐਮਐਲਏ, ਉਹਨਾਂ ਦੇ ਪੀਏ ਔਰ 3 ਆਈਐਸ ਅਧਿਕਾਰੀ ਜਿਹੜੇ ਬਹੁਤ ਵੱਡੇ ਲੈਵਲ ਦੇ, ਉਹ ਵੀ ਸ਼ਾਮਲ ਨੇ। ਉਹਨਾਂ ਨੂੰ ਮੈਂ ਜਾਣਦਾ, ਉਹਨਾਂ ਦੀ ਇਨਫਲੂਐਂਸ ਦੇ ਨਾਲ ਹੀ ਕੰਮ ਹੋਇਆ ਆ, ਜਿਹਦੇ ਨਾਲ ਉਹਨੂੰ 2010 ਤੋਂ ਲੈ ਕੇ ਜਾਂ 2010 ਤੋਂ 16-17 ਤੱਕ ਜਿਹੜੇ ਠੇਕੇ ਮਿਲੇ ਨੇ 3000 ਕਰੋੜ ਦਾ ਜਿਹੜਾ ਕਪਲਾਬਾਜ਼ੀ ਸੀਗੀ, ਉਹਨਾਂ ਦੇ ਫੇਵਰਸ ਕਰਕੇ ਹੀ ਪੋਸੀਬਲ ਹੋਇਆ। ਹੁਣ ਅੱਗੇ ਗੱਲ ਕਰਦੇ ਹਾਂ ਕਿ ਕੀਤਾ ਕਿੰਨੇ ਆ, ਜਾਂ ਇਹਦੇ ਵਿੱਚ ਕਿਹਦੇ ਨਾਮ ਆਉਂਦੇ ਨੇ, ਕਿਉਂਕਿ ਇਹ ਕੋਈ ਆਮ ਬੰਦੇ ਦਾ, ਇੱਕ ਆਮ ਠੇਕੇਦਾਰ ਦਾ ਐਡਾ ਵੱਡਾ ਜਿਹੜੀ ਹੈਪਨਿੰਗ ਨਹੀਂ ਹੋ ਸਕਦੀ। ਇਹਦੇ ਵਿੱਚ ਸਰਟਨਲੀ ਜਿਹੜੇ ਬਿਗ ਵਿਗਸ ਆਪਾਂ ਕਹਿ ਦਿੰਦੇ ਆ, ਉਹ ਇਨਵੋਲਵਮੈਂਟ ਹੋਏਗੀ, ਔਰ ਉਹ ਨਾਮ ਬਾਅਦ ਵਿੱਚ ਸਾਹਮਣੇ ਆਏ ਵੀ, ਚਾਹੇ ਕਈ ਮੀਡੀਆ ਚੈਨਲਸ ਆ ਨਾਮ ਨਹੀਂ ਲੈਂਦੇ, ਗੱਲ ਨੂੰ ਅਧੂਰੀ ਜੀ ਛੱਡ ਜਾਂਦੇ ਆ, ਪਰ ਅੱਜ ਦੀ ਜੋ ਵੀ ਮੇਰੀ ਰਿਸਰਚ ਦੇ ਵਿੱਚ ਨਾਮ ਮੇਰੇ ਸਾਹਮਣੇ ਆਏ ਆ, ਮੈਂ ਉਹਨਾਂ ਸੋਰਸਿਸ ਦਾ ਹਵਾਲਾ ਦੇ ਕੇ ਪੂਰੇ ਨਾਮ ਤੁਹਾਨੂੰ ਇੱਥੇ ਇਹਦੇ ਵਿੱਚ ਰੱਖਾਂਗੀ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਨਾਮ ਗੁਰਿੰਦਰ ਸਿੰਘ ਪਾਪਾ ਦਾ ਆਉਂਦਾ, ਜਿਹਨੇ ਇਹ ਪੂਰੇ ਟੈਂਡਰ ਲਏ ਆ, ਜਿਹੜਾ ਇੱਕ ਸਮਾਲ ਟਾਈਮ ਠੇਕੇਦਾਰ ਸੀ। ਨਾਲ ਉਸੇ ਸਿੰਚਾਈ ਵਿਭਾਗ ਦੇ ਇਰੀਗੇਸ਼ਨ ਡਿਪਾਰਟਮੈਂਟ ਦੇ 6 ਤੋਂ 7 ਹੋਰ ਇੱਦਾਂ ਦੇ ਆਫੀਸਰਸ ਆ, ਇਨਕਲੂਡਿੰਗ ਚੀਫ ਇੰਜੀਨੀਅਰ
XEN, ਇਸ ਤੋਂ ਇਲਾਵਾ STO ਇੱਕ ਰਿਟਾਇਰਡ ਐਂਡ ਹੋਰ ਜਿਹੜੇ ਸੁਪਰਵਾਈਜ਼ਰ ਵਗੈਰਾ ਉਹਨਾਂ ਦੇ ਨਾਮਾਂ ਤੇ ਪੂਰਾ ਕੇਸ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤਾ ਜਾਂਦਾ ਔਰ ਉਹਨਾਂ ਸਾਰਿਆਂ ਦੀ ਫਿਰ ਅਰੈਸਟ ਹੁੰਦੀ ਹੈ। ਵਿਜੀਲੈਂਸ ਬਿਊਰੋ ਦੇ ਅਕੋਰਡਿੰਗਲੀ ਮਾਸਟਰਮਾਈਂਡ ਕਿਹਾ ਜਾਂਦਾ ਗੁਰਵਿੰਦਰ ਸਿੰਘ ਪਾਪਾ ਕਨਫੈਸ਼ਨ ਕਰਦਾ। ਉਹ ਪਹਿਲਾਂ ਕਾਫੀ ਸੁਪਰੀਮ ਕੋਰਟ ਤੱਕ ਉਹ ਆਪਣੀ ਐਂਟੀਸਪੇਟਰੀ ਬੇਲ ਲੈਣ ਜਾਂਦੇ ਆ, ਬਟ ਸੁਪਰੀਮ ਕੋਰਟ ਰਿਜੈਕਟ ਕਰ ਦਿੰਦੀ ਔਰ ਅਲਟੀਮੇਟਲੀ ਸੁਪਰੀਮ ਕੋਰਟ ਕਹਿੰਦੀ ਕਿ 1 ਹਫ਼ਤੇ ਦੇ ਅੰਦਰ ਅੰਦਰ ਇਨਵੈਸਟੀਗੇਸ਼ਨ ਜੁਆਇਨ ਕਰੋ। ਗੁਰਿੰਦਰ ਸਿੰਘ ਪਾਪਾ ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰਦੇ ਤਾਂ ਫਰਦਰ ਜੋ ਵਿਜੀਲੈਂਸ ਬਿਊਰੋ ਦੀਆਂ ਰਿਪੋਰਟਸ ਉਹ ਕਹਿੰਦੀਆਂ ਕਿ ਉਹਦੇ ਵੱਲੋਂ ਕਨਫੈਸ਼ਨ ਕੀਤਾ ਗਿਆ ਔਰ ਕਨਫੈਸ਼ਨ ਦੇ ਵਿੱਚ ਕਿਹਾ ਗਿਆ ਕਿ ਉਹਨੇ ਨਾਮ ਲਏ ਆ ਕੁਝ ਹੋਰ ਲੋਕਾਂ ਦੇ ਜਿਹੜੇ ਬਹੁਤ ਵੱਡੇ ਲੋਕ ਨੇ, ਪੋਲੀਟੀਸ਼ੀਅਨਸ ਐਂਡ ਬਿਊਰੋਕਰੇਟਸ ਨੇ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਨਾਮ ਹੀ ਕਿੱਥੇ ਆਉਂਦਾ ਆ, ਜਨਮੇਜਾ ਸਿੰਘ ਸੇਖੋਂ, ਜਿਹੜੇ ਆਪਣੇ ਇੱਕ ਮਿਨਿਸਟਰ ਰਹੇ ਨੇ, ਇਰੀਗੇਸ਼ਨ ਮਿਨਿਸਟਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਵਿੱਚ। ਨਾਲ ਇੱਕ ਨਾਮ ਆਉਂਦਾ ਆ ਸ਼ਰਨਜੀਤ ਸਿੰਘ ਢਿੱਲੋਂ, ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਵਿਧਾਇਕ ਸੀਗੇ। ਇਹ ਜਿਹੜੇ ਨਾਮ ਆ ਇੱਕ ਕਥਿਤ ਤੌਰ ਤੇ ਨਾਮ ਨੇ। ਜਿੰਨੀ ਦੇਰ ਤੱਕ ਇੱਕ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋ ਜਾਂਦੀ ਔਰ ਉਹਦੇ ਵਿੱਚੋਂ ਇਹ ਚੀਜ਼ ਕਲੀਅਰ ਨਹੀਂ ਹੋ ਜਾਂਦੀ ਕਿ ਕੀ ਵਾਕਈ ਇਹਨਾਂ ਦਾ ਕੋਈ ਦੋਸ਼ ਸੀਗਾ ਜਾਂ ਨਹੀਂ ਸੀ, ਜਾਂ ਇਹਨਾਂ ਨੂੰ ਬੇਕਸੂਰ, ਜਾਂ ਇੱਕ ਜਿਸ ਤਰ੍ਹਾਂ ਜਨਮੇਜਾ ਸਿੰਘ ਸੇਖੋਂ ਦਾ ਕਹਿਣਾ ਇਹ ਹੈ ਕਿ ਮੇਰੇ ਤੇ ਇੱਕ ਸਾਜ਼ਿਸ਼ ਹੈ ਜਾਂ ਇੱਕ ਉਹ ਡਿਨਾਈ ਕਰਦੇ ਨੇ ਇਹਨਾਂ ਚਾਰਜਿਸ ਨੂੰ, ਉਹਦੀ ਕਲੈਰਿਟੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਹੋ ਸਕਦੀ ਹੈ। ਸੋ ਫਿਲਹਾਲ ਇਹ ਨਾਮ ਇੱਕ ਕਥਿਤ ਤੌਰ ਤੇ ਨਾਮ ਨੇ ਜੋ ਕਹੇ ਗਏ ਨੇ ਆਪਣੀਆਂ ਰਿਪੋਰਟਸ ਦੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਔਰ ਉਸ ਕਿੰਗਪਿਨ ਵੱਲੋਂ ਜੋ ਕਨਫੈਸ਼ਨ ਕਲੇਮ ਕੀਤਾ ਜਾਂਦਾ ਵਿਜੀਲੈਂਸ ਬਿਊਰੋ ਵੱਲੋਂ। ਨਾਲ 3 IAS ਆਫੀਸਰਸ ਦੇ ਨਾਮ ਆਉਂਦੇ ਨੇ। ਪਹਿਲੇ IAS ਆਫੀਸਰ ਜੋ ਚੀਫ ਸੈਕਟਰੀ ਸੀ ਸੁਰਵੇਸ਼ ਕੌਸ਼ਲ, ਦੂਸਰਾ ਨਾਮ ਸਪੈਸ਼ਲ ਚੀਫ ਸੈਕਟਰੀ ਸੀ KBS ਸਿੱਧੂ ਔਰ ਤੀਸਰਾ ਨਾਮ ਆਉਂਦਾ ਹੈ ਇੱਕ ਰਿਟਾਇਰਡ IAS ਆਫੀਸਰ ਕਾਨ ਸਿੰਘ ਪੰਨੂ ਦਾ। ਇਹ 3 ਬਹੁਤ ਵੱਡੇ IAS ਆਫੀਸਰ, ਬਿਊਰੋਕਰੇਟਸ ਔਰ ਨਾਲ 2 ਫਾਰਮਰ ਆਪਾਂ ਕਹਿ ਸਕਦੇ ਹਾਂ ਆਪਣੇ ਲੈਜਿਸਲੇਟਿਵ ਮੈਂਬਰਸ ਐਂਡ ਅ ਮਿਨਿਸਟਰ ਔਰ ਉਹਨਾਂ ਦੇ PAs ਦਾ ਵੀ ਨਾਮ ਇਹਦੇ ਵਿੱਚ ਫਰਦਰ ਆਉਂਦਾ ਹੈ, ਜਿਹੜਾ ਹਜੇ ਕਥਿਤ ਤੌਰ ਤੇ ਜਿਹੜਾ ਅਲੈਜਡ ਹੈ। ਉਸ ਟੈਨਿਅਰ ਦੇ ਵਿੱਚ ਜਿਹੜੀ ਸਪੈਸ਼ਲ ਚੀਫ ਸੈਕਟਰੀ ਸੀ KBS ਸਿੱਧੂ, ਇਹਨਾਂ ਦਾ ਨਾਮ ਖਾਸ ਤੌਰ ਤੇ ਇਹਦੇ ਵਿੱਚ ਉਛਾਲਿਆ ਜਾਂਦਾ ਹੈ। ਕਥਿਤ ਤੌਰ ਤੇ ਕਿਹਾ ਜਾਂਦਾ ਕਿ ਇਹਨਾਂ ਦੀ ਬਹੁਤ ਵੱਡੀ ਇਨਵੋਲਵਮੈਂਟ ਸੀ। ਮੈਂ ਜਦੋਂ ਰਿਸਰਚ ਕਰ ਰਹੀ ਸੀ ਇਸ ਪ੍ਰੋਜੈਕਟ ਦੇ ਤਾਂ ਉਸ ਟਾਈਮ ਇੱਕ ਬਲੌਗ ਪੋਸਟ ਕਿਸੇ ਦੀ ਮੈਨੂੰ ਪੜ੍ਹਨ ਨੂੰ ਮਿਲੀ ਹੈ, ਜਿਹੜੀ ਕਿ ਬਹੁਤ ਇੰਟਰਸਟਿੰਗ ਬਣ ਰਹੀ ਸੀ ਆਪਣੇ ਆਪ ਦੇ ਵਿੱਚ, ਕਿਉਂਕਿ ਉਸ ਬਲੌਗ ਪੋਸਟ ਦੇ ਵਿੱਚ ਇੱਕ ਅਨੋਨਿਮਸ ਹੀ ਆਪਾਂ ਕਹਿ ਸਕਦੇ ਹਾਂ, ਉਹਦੇ 'ਚ ਨਾਮ ਨਹੀਂ ਹੈ, ਪਰ ਉਹ ਮੈਂ ਉਹਦੀ ਬਿਲਕੁਲ ਵੀ ਪੁਸ਼ਟੀ ਨਹੀਂ ਕਰਦੀ ਕਿ ਉਹ ਬਿਲਕੁਲ ਸਹੀ ਹੋਏਗੀ ਖਬਰ, ਪਰ ਉਹ ਪੱਖ ਵੀ ਤੁਹਾਨੂੰ ਦਿਖਾਉਣਾ ਇਹਦੇ ਵਿੱਚ ਜ਼ਰੂਰੀ ਹੈ, ਜਿਹਦੇ ਵਿੱਚ ਉਹਨਾਂ ਨੇ ਇੱਕ ਬਲੌਗ ਪੋਸਟ ਨੇ ਇੱਕ ਇਹ ਚੀਜ਼ ਅਲੈਜ ਕੀਤੀ ਹੈ ਕਿ KBS ਸਿੱਧੂ ਵੱਲੋਂ ਜਿਹੜੇ IAS ਆਫੀਸਰ ਇੱਕ ਬਹੁਤ ਵੱਡੇ ਬਿਊਰੋਕਰੇਟ ਸੀ, ਉਹਨਾਂ ਵੱਲੋਂ ਇੱਕ ਕਪਲਾ ਅਸਲੀ ਮਾਸਟਰਮਾਈਂਡ ਉਹ ਨੇ, ਨਾ ਕਿ ਗੁਰਿੰਦਰ ਸਿੰਘ ਪਾਪਾ। ਸੋ ਇੱਕ ਬਹੁਤ ਡਿਫਰੈਂਟ ਐਂਗਲ ਸੀ ਜਿਹਦੀ ਮੈਂ ਪੁਸ਼ਟੀ ਨਹੀਂ ਕਰ ਸਕਦੀ, ਬਟ ਇਹ ਚੀਜ਼ ਤੁਹਾਨੂੰ ਮੈਂ ਸੋਰਸਿਸ ਵੀ ਉੱਥੇ ਸਕਰੀਨ ਤੇ ਪਲੇ ਕਰ ਦਾਂਗੀ, ਤੁਸੀਂ ਉੱਥੇ ਜਾ ਕੇ ਖੁਦ ਸਰਚ ਕਰਕੇ ਦੇਖ ਸਕਦੇ ਹੋ, ਇਹ ਟਾਈਟਲ ਭਰ ਕੇ ਦੇਖ ਸਕਦੇ ਹੋ। ਇਹਦੇ ਵਿੱਚ ਉਹਨਾਂ ਨੇ ਦੋਸ਼ ਲਾਏ ਕਿ ਜਿਹੜੇ AIS ਆਫੀਸਰ ਆ ਇਹਨਾਂ ਵੱਲੋਂ ਪੈਸਾ ਜਿਹੜਾ ਹਵਾਲੇ ਦੇ ਥਰੂ ਦੁਬਈ ਐਂਡ USA ਤੋਂ ਹੁੰਦਾ ਹੋਇਆ ਬਾਹਰ ਆਪਣੇ ਬੇਟੇ ਦੇ ਕੋਲ ਭੇਜਿਆ ਗਿਆ, ਜਿਹੜਾ ਇੱਕ ਮੀਡੀਓਕਰ ਇੰਜੀਨੀਅਰ ਆ, ਪਰ ਉੱਥੇ ਕਈ ਕਰੋੜਾਂ ਦੀ ਕੋਠੀ ਜਿਹੜੀ ਇੰਡੀਅਨ ਦੇ ਹਿਸਾਬ ਦੇ ਨਾਲ ਆਪਾਂ ਕਰੰਸੀ 'ਚ ਦੇਖੀਏ ਤਾਂ ਕਈ ਕਰੋੜਾਂ ਦੀ ਕੋਠੀ ਉੱਥੇ ਲੈ ਕੇ ਆਪਣਾ ਘਰ ਲੈ ਕੇ ਰਹਿੰਦੇ ਨੇ। ਪਲੱਸ ਇਸ ਤੋਂ ਇਲਾਵਾ ਉਹਨਾਂ ਨੇ ਅਲੈਜ ਕੀਤਾ ਕਿ ਇੰਨੇ ਕਾਰੋਬਾਰ ਇਹਨਾਂ ਦੇ ਇਸ ਮੋਹਾਲੀ, ਚੰਡੀਗੜ੍ਹ ਜਾਂ ਟਰਾਈ ਸਿਟੀ ਜਾਂ ਪੰਜਾਬ, ਨੋਇਡਾ ਜਾਂ ਇਸ ਤੋਂ ਬਾਹਰ ਏਰੀਆਜ਼ ਦੇ ਵਿੱਚ ਹੈਗੇ ਆ, ਜਿਹੜੇ ਕਿ ਸਾਫ਼ ਉਹਨਾਂ ਦਾ ਕਹਿਣਾ ਸੀ ਕਿ ਇੱਕ ਕਰਪਸ਼ਨ ਦੀ ਮਨੀ ਦੇ ਨਾਲ ਬਣਾਏ ਹੋਏ ਹੋ ਸਕਦੇ ਆ। ਬਾਕੀ ਇਸ ਚੀਜ਼ ਦੀ ਮੈਂ ਪੁਸ਼ਟੀ ਕਰਨ ਤੋਂ ਤਾਂ ਡਰਦੀ ਹਾਂ ਕਿਉਂਕਿ ਇੱਕ ਬਹੁਤ ਵੱਡਾ ਇੱਕ ਆਰੋਪ ਆ ਕਿਸੇ ਤੇ ਲਗਾਉਣਾ। ਇਸ ਆਰੋਪ ਦੀ ਪੁਸ਼ਟੀ ਸਿਰਫ ਔਰ ਸਿਰਫ ਇੱਕ ਫੇਅਰ ਇਨਵੈਸਟੀਗੇਸ਼ਨ ਹੀ ਕਰ ਸਕਦੀ ਹੈ ਕਿ ਇਹ ਜਿਹੜੇ ਮਿਨਿਸਟਰ, MLA ਔਰ 3 IAS ਆਫੀਸਰ ਔਰ ਪਲੱਸ ਹੋਰ ਲੋਕ ਜਿਹੜੇ ਸ਼ਾਮਲ ਆ, ਕੀ ਇਹਨਾਂ ਦਾ ਕੋਈ ਕਸੂਰ ਸੀਗਾ ਕਿ ਇਹਨਾਂ ਨੂੰ ਕੋਈ ਸਿਰਫ ਬਦਲਾਖੋਰੀ ਦੀ ਨੀਤੀ ਦੇ ਨਾਲ ਹੀ ਫਸਾ ਦਿੱਤਾ ਗਿਆ ਆ। KBS ਸਿੱਧੂ ਦੀ ਤਾਂ ਇੱਕ ਫੋਟੋ ਬੜੀ ਵਾਇਰਲ ਹੋਈ ਸੀ ਕਿਉਂਕਿ ਅੱਜ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਾਫੀ ਮਿਲਦੇ ਨੇ ਪੱਗਾਂ ਵਾਲਿਆਂ ਨੂੰ, ਸਰਦਾਰਾਂ ਨੂੰ, ਸਿੱਖਾਂ ਨੂੰ, ਤਾਂ ਕਿ ਉਹ ਇੱਕ ਆਪਣੀ ਆਈ ਡੋਂਟ ਨੋ ਉਹਨਾਂ ਦਾ ਅਲਟੀਰੀਅਰ ਮੋਟਿਵ ਕੀ ਹੈ, ਪਰ ਜੋ ਵੀ ਉਹਨਾਂ ਦੀਆਂ ਕੋਸ਼ਿਸ਼ਾਂ ਨੇ ਉਹਦੇ ਵਿੱਚ ਇੱਕ ਫੋਟੋ ਇੱਕ ਮੈਂ ਇੱਥੇ ਤੁਹਾਡੇ ਲਈ ਪਲੇ ਵੀ ਕਰਾਂਗੀ KBS ਸਿੱਧੂ ਦੀ, ਕਿਉਂਕਿ ਹਜੇ ਆਪਣੇ ਕੋਲ ਪੁਸ਼ਟੀ ਨਹੀਂ ਹੈ ਵੀ ਉਹਨਾਂ ਦੀ ਇਨਵੋਲਵਮੈਂਟ ਸੀ ਕਿ ਨਹੀਂ ਹੈ, ਬਟ ਇੱਕ ਮੈਂ ਬਲਰਡ ਜੀ ਪਿਕਚਰ ਤੁਹਾਡੇ ਅੱਗੇ ਜ਼ਰੂਰ ਰੱਖਾਂਗੀ। ਕਿਹਾ ਜਾਂਦਾ ਕਿ ਇਹ ਸਾਰਾ ਇੱਕ ਪੋਲੀਟੀਕਲੀ ਡਰਿਵਨ ਇਰੀਗੇਸ਼ਨ ਸਕੈਮ ਸੀ, ਜਿਹਦੇ ਵਿੱਚ ਕਈ ਹਜ਼ਾਰਾਂ ਕਰੋੜਾਂ ਦਾ ਘਾਟਾ ਸਾਡੇ ਸਟੇਟ ਨੂੰ ਪਿਆ ਔਰ ਇਹ ਕੁਛ ਕੁ ਲੋਕ ਜਿਨ੍ਹਾਂ ਦੇ ਨਾਮ ਇਹਦੇ 'ਚ ਆਉਂਦੇ ਨੇ, ਕਈ ਲੋਕ ਜਿਹੜੇ 7 ਤੋਂ ਵੱਧ ਅਧਿਕਾਰੀ ਜਿਹੜੇ ਨੇ ਉਹ ਅਰੈਸਟ ਕੀਤੇ ਹੋਏ ਨੇ,
ਉਹ ਇਸ ਚੀਜ਼ ਦੀ ਪੋਲ ਅੱਗੇ ਖੋਲ ਸਕਦੇ ਆ ਕਿ ਕਿਵੇਂ ਇਹ ਪੂਰੇ ਦਾ ਪੂਰਾ ਨੈਕਸਸ ਚੱਲ ਰਿਹਾ ਸੀ ਔਰ ਪੰਜਾਬ ਸਟੇਟ ਨੂੰ ਕਰਜ਼ੇ ਦੇ ਵਿੱਚ ਹੋਰ ਡੁਬੋ ਰਿਹਾ ਸੀ। ਕਿਹਾ ਜਾਂਦਾ ਹੈ ਕਿ ਇਹਦੇ ਵਿੱਚੋਂ ਇਹਨਾਂ ਲੋਕਾਂ ਨੇ ਨਿੱਜੀ ਪ੍ਰੋਫਿਟ ਖੱਟਿਆ, ਜਿਨ੍ਹਾਂ ਦੇ ਵੀ ਇਹਦੇ ਵਿੱਚ ਨਾਮ ਆਉਂਦੇ ਆ। ਹੋ ਸਕਦਾ ਹਜੇ ਇੱਦਾਂ ਦੇ ਬਹੁਤ ਨਾਮ ਹੋਣ ਜਿਹੜੇ ਆਪਣੇ ਸਾਹਮਣੇ ਨਾ ਹੋਣ। ਇਸ ਪੂਰੇ ਕੇਸ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਹੈ 2017 ਦੇ ਵਿੱਚ ਹੀ, ਜਦੋਂ ਆਪਣੇ ਹੁਣ ਦੇ ਵੀ ਮਿਨਿਸਟਰ ਜਿਹੜੇ ਆ ਰਾਣਾ ਗੁਰਜੀਤ, ਹੁਣ ਦੇ ਮਿਨਿਸਟਰ ਨਹੀਂ, ਉਹ ਪਹਿਲਾਂ ਮਿਨਿਸਟਰ ਰਹੇ ਨੇ, ਹੁਣ ਤਾਂ MLA ਆ, ਉਹਨਾਂ ਦਾ ਬੇਟਾ ਵੀ MLA ਆ, ਰਾਣਾ ਗੁਰਜੀਤ ਸਿੰਘ, ਉਹਨਾਂ ਦਾ ਨਾਮ ਵੀ ਇਸ ਕੇਸ ਦੇ ਵਿੱਚ ਇੱਕ ਤਰ੍ਹਾਂ ਨਾਲ ਛੋਟਾ ਜਿਹਾ ਲਿੰਕ ਹੁੰਦਾ ਆ। ਉਹ ਛੋਟਾ ਜਿਹਾ ਲਿੰਕ ਕਿਉਂ ਰਹਿ ਜਾਂਦਾ? ਕਿਉਂਕਿ ਉਹਦੇ ਤੇ ਫਰਦਰ ਕਾਰਵਾਈ ਨਹੀਂ ਕੀਤੀ ਗਈ। ਅਗਰ ਕਾਰਵਾਈ ਹੁੰਦੀ ਤਾਂ ਉਹਦੀ ਕਲੈਰਿਟੀ ਹੁੰਦੀ। ਉਹ ਮੋੜ ਇਹ ਆਇਆ ਸੀ ਕਿ ਰਾਣਾ ਗੁਰਜੀਤ ਵੱਲੋਂ ਜਾਂ ਉਹਨਾਂ ਦੇ ਨਾਲ ਦੇ ਜਿਹੜੇ ਲੋਕ ਸੀਗੇ, ਰਾਣਾ ਗੁਰਜੀਤ ਦਾ ਸਿੱਧਾ ਨਾਮ ਨਹੀਂ ਸੀ ਆਇਆ, ਪਰ ਉਹਨਾਂ ਦੇ ਨਾਲ ਦੇ ਜਿਹੜੇ ਜਾਣਕਾਰ ਲੋਕ ਸੀ, ਉਹਨਾਂ ਵੱਲੋਂ ਇੱਕ ਕੰਪਨੀ ਬਣਾਈ ਗਈ ਸੀ ਰਾਜਵੀਰ ਐਂਟਰਪ੍ਰਾਈਜ਼ਸ। ਉਸ ਰਾਜਵੀਰ ਐਂਟਰਪ੍ਰਾਈਜ਼ਸ ਨੂੰ ਇਹ ਗੁਰਿੰਦਰ ਸਿੰਘ ਪਾਪਾ ਵੱਲੋਂ 5 ਕਰੋੜ ਰੁਪਏ ਦੀ ਟ੍ਰਾਂਜੈਕਸ਼ਨ ਕੀਤੀ ਗਈ ਸੀ। ਹੁਣ ਉਹ ਜਿਹੜੀ ਕੰਪਨੀ ਆ ਰਾਜਵੀਰ ਐਂਟਰਪ੍ਰਾਈਜ਼ਸ, ਉਸ ਕੰਪਨੀ ਨੂੰ ਇੱਕ ਤਰ੍ਹਾਂ ਨਾਲ ਕਈ ਨਿਊਜ਼ ਰਿਪੋਰਟਸ ਦਾ ਦਾਵਾ ਹੈ ਕਿ ਰਾਣਾ ਗੁਰਜੀਤ ਦੀ ਹੀ ਇੱਕ ਫਰੰਟ ਕੰਪਨੀ ਸੀ, ਪਰ ਉਹਦੇ ਵਿੱਚ ਕੁਝ ਇੱਦਾਂ ਦੇ ਲੋਕ ਸੀ ਜਿਹੜੇ ਇਹਨਾਂ ਦੇ ਜਾਣਕਾਰ ਸੀ, ਉਹਨਾਂ ਦੇ ਨਾਮ ਤੇ ਸਾਰਾ ਕੰਮ ਚੱਲਦਾ ਸੀ। ਜਿਵੇਂ ਕਿ ਰਾਣਾ ਗੁਰਜੀਤ ਦੇ ਕਿਹਾ ਜਾਂਦਾ ਕਿ ਇੱਕ ਨਾਲ ਕੰਮ ਕਰਨ ਵਾਲਾ ਬੰਦਾ ਸੀ, ਸਮਥਿੰਗ ਭੰਡਾਰੀ ਉਹਦਾ ਨਾਮ ਸੀ ਸ਼ਾਇਦ, ਕਿ ਉਹ ਇਹਦੇ ਵਿੱਚ ਮੈਨੇਜਰ ਸੀ, ਇੱਕ ਪਾਰਟਨਰ ਸੀ, ਪਲੱਸ ਨਾਲ ਹੀ ਰਾਣਾ ਗੁਰਜੀਤ ਦੇ ਫਰੈਂਡ ਦਾ ਬੇਟਾ ਰੰਧਾਵਾ, ਉਹ ਵੀ ਇਹਦੇ ਵਿੱਚ ਪਾਰਟਨਰ ਸੀ, ਔਰ ਨਾਲ ਹੀ ਰਾਣਾ ਗੁਰਜੀਤ ਦੇ CA ਦਾ ਮੁੰਡਾ। ਉਹ ਸਾਰੇ ਮਿਲ ਕੇ ਇੱਕ ਰਾਜਵੀਰ ਐਂਟਰਪ੍ਰਾਈਜ਼ਸ ਫਰਮ ਚਲਾ ਰਹੇ ਸੀ, ਜਿਸ ਫਰਮ ਨੇ ਨਵਾਂਸ਼ਹਿਰ ਇਲਾਕੇ ਦੇ ਵਿੱਚ ਸੈਂਡ ਮਾਈਨਿੰਗ ਦੀ ਆਕਸ਼ਨ ਬਿਡ ਦੇ ਲਈ 5 ਕਰੋੜ ਰੁਪਇਆ ਇੱਕ ਤਰ੍ਹਾਂ ਨਾਲ ਇਨਵੈਸਟ ਕੀਤਾ ਗਿਆ, ਟ੍ਰਾਂਸਫਰ ਕੀਤਾ ਗਿਆ ਇਸ ਕਿੰਗਪਿਨ ਵੱਲੋਂ, ਜਿਹਨੂੰ ਵਿਜੀਲੈਂਸ ਬਿਊਰੋ ਕਹਿੰਦੀ ਹੈ ਕਿ ਮਾਸਟਰਮਾਈਂਡ ਸੀ ਇਰੀਗੇਸ਼ਨ ਸਕੈਮ ਦਾ, ਉਹਦੇ ਵੱਲੋਂ ਰਾਣਾ ਗੁਰਜੀਤ ਦੇ ਨਾਲ ਜੁੜੇ ਹੋਏ ਲੋਕਾਂ ਦੀ ਫਰਮ ਦੇ ਵਿੱਚ ਇਹ ਪੈਸਾ ਟ੍ਰਾਂਸਫਰ ਕੀਤਾ ਗਿਆ। ਇਹ ਕਾਫੀ ਵੱਡਾ ਮੁੱਦਾ ਬਣਿਆ ਸੀ। ਰਾਣਾ ਗੁਰਜੀਤ ਜੀ ਨੂੰ ਫਿਰ ਉਸ ਤੋਂ ਬਾਅਦ ਅਸਤੀਫਾ ਵੀ ਸ਼ਾਇਦ ਮਿਨਿਸਟਰੀ ਤੋਂ ਦੇਣਾ ਪਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਹਦੇ ਤੇ ਫਰਦਰ ਕਿਹਾ ਸੀ ਅਸੀਂ ਪ੍ਰੋਬ ਕਰਾਂਗੇ। MLA ਰਾਣਾ ਗੁਰਜੀਤ ਨੂੰ ਤਾਂ ਉਸ ਸਮੇਂ ਕਲੀਨ ਚਿੱਟ ਦੇ ਦਿੱਤੀ ਗਈ ਸੀ, ਪਰ ਜਸਟਿਸ ਨਾਰੰਗ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਇਹ ਚੀਜ਼ ਸਾਬਿਤ ਹੁੰਦੀ ਹੈ। ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇੱਕ ਫਰੰਟ ਕੰਪਨੀ ਜਿਹੜੀ ਸੀ ਰਾਜਵੀਰ ਐਂਟਰਪ੍ਰਾਈਜ਼ਸ, ਜਿਹੜੀ ਇੱਕ ਤਰ੍ਹਾਂ ਦੇ ਨਾਲ ਰਾਣਾ ਗੁਰਜੀਤ ਦੇ ਨਾਲ ਜੁੜੇ ਹੋਏ ਲੋਕਾਂ ਦੀ ਸੀ, ਉਹਨੂੰ 5 ਕਰੋੜ ਦੀ ਟ੍ਰਾਂਜੈਕਸ਼ਨ ਜਿਹੜੀ ਆ ਉਹ ਇਹਨਾਂ ਵੱਲੋਂ, ਜਿਹੜਾ ਪਾਪਾ ਆ ਉਹਦੇ ਵੱਲੋਂ ਕੀਤੀ ਗਈ ਸੀ। ਪਰ ਇਹਦੇ ਵਿੱਚੋਂ ਰਾਣਾ ਗੁਰਜੀਤ ਨੂੰ ਤਾਂ ਕਲੀਨ ਚਿੱਟ ਮਿਲ ਜਾਂਦੀ ਆ, ਔਰ ਅੱਗੇ ਕਈ ਤਰ੍ਹਾਂ ਦੇ ਸੈਂਡ ਮਾਈਨਿੰਗ ਦੇ ਨਾਲ ਜੁੜ ਕੇ ਵੀ ਇਸ ਕੇਸ ਨੂੰ ਦੇਖਿਆ ਜਾ ਸਕਦਾ ਆ। ਪਰ ਅਗਰ ਸਰਕਾਰ ਜਾਂ ਵਿਜੀਲੈਂਸ ਬਿਊਰੋ ਇੱਕ ਨਿਰਪੱਖ ਜਾਂਚ ਕਰੇ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਇਹ ਪੂਰੀ ਜਿਹੜੀ ਜਾਂਚ ਪੜਤਾਲ ਹੈ ਕਿੱਧਰ ਨੂੰ ਅੱਗੇ ਕਿਵੇਂ ਹੁਣ ਤੱਕ ਗਈ ਹੈ। 2007 ਤੋਂ 17 ਦੇ ਵਿੱਚ ਇਹ ਜਿਹੜਾ ਪੂਰਾ ਇੱਕ ਘਪਲੇਬਾਜ਼ੀ ਹੁੰਦੀ ਹੈ। 2017 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਉਂਦੀ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵਿੱਚ ਇਹ ਘਪਲਾ ਜਿਹੜਾ ਹੈ ਇਹ ਖੁੱਲ੍ਹਦਾ ਆ, ਇਹਦੇ ਤੋਂ ਪਰਦੇ ਚੱਕੇ ਜਾਂਦੇ ਔਰ ਸਾਹਮਣੇ ਆਉਂਦਾ, ਵਿਜੀਲੈਂਸ ਬਿਊਰੋ ਜਾਂਚ ਕਰਦੀ ਹੈ। ਪਰ ਉਸ ਤੋਂ ਬਾਅਦ ਇਹ ਕੇਸ ਠੰਡੇ ਬਸਤੇ ਦੇ ਵਿੱਚ ਪੈ ਜਾਂਦਾ। ਇਸ ਦੇ ਵਿੱਚ ED ਵੀ ਇਨਵੋਲਵ ਹੁੰਦਾ। ED ਵੱਲੋਂ ਵੀ ਜਿਹੜਾ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਆ ਉਹਦੇ ਅੰਦਰ ਆ ਕੇ ਪੂਰੀ ਅੱਗੇ ਕੀਤੀ ਜਾਂਦੀ ਹੈ ਕਾਰਵਾਈ। ਈਵਨ ਜਿਹੜਾ ਉਹ ਗੁਰਿੰਦਰ ਸਿੰਘ ਪਾਪਾ ਆ, ਉਹਦੇ ਜਿਹੜੇ ਐਸੈਟ ਆ ਕਈ ਕਰੋੜ ਦੇ, ਉਹ ਵੀ ਇਹਦੇ ਵਿੱਚ ਜੋੜ ਦਿੱਤੇ ਜਾਂਦੇ ਆ, ਪਰ ਉਹ ਸਿਰਫ 40-42 ਕਰੋੜ ਦੇ ਐਸੈਟ ਹੁੰਦੇ ਆ। ਪਰ ਇਹ ਜਿਹੜਾ ਘਪਲਾ ਸਟੇਟ ਦੇ ਨਾਲ ਹੋਇਆ, ਸੂਬੇ ਨਾਲ ਹੋਇਆ, ਉਹ 1000 ਕਰੋੜ ਜਾਂ 1100 ਕਰੋੜ ਤੋਂ ਵੀ ਵੱਧ ਦੱਸਿਆ ਜਾਂਦਾ। ਸੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਹੀ ਇੱਕ ਮਿਨਿਸਟਰ ਜਿਹੜੇ ਆ ਉਸ ਟਾਈਮ ਹੁੰਦੇ ਆ ਸਿੰਚਾਈ ਵਿਭਾਗ ਦੇ, ਉਹਨਾਂ ਦਾ ਨਾਮ ਸ਼ਾਇਦ ਸੁਖਵਿੰਦਰ ਸਿੰਘ ਸਰਕਾਰੀਆ, ਮੈਂ ਅਗਰ ਸਹੀ ਨਾਮ ਪ੍ਰੋਨਾਂਸ ਕਰ ਰਹੀ ਹਾਂ, ਸੁਖਵਿੰਦਰ ਸਿੰਘ ਸਰਕਾਰੀਆ ਵੱਲੋਂ ਇਸ ਜਿਹੜੀ ਜਾਂਚ ਪੜਤਾਲ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਨਾਲ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਸਾਰੇ ਜਿਹੜੇ ਇਨਵੋਲਵਡ ਹੁੰਦੇ ਆ। ਔਰ ਉਹ ਫਾਈਲ ਜਦੋਂ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਕੋਲ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਉਸ ਫਾਈਲ ਤੇ ਰੋਕ ਲਾ ਦਿੱਤੀ ਜਾਂਦੀ ਹੈ, ਇਸ ਕਾਰਵਾਈ ਨੂੰ ਰੋਕ ਦਿੱਤਾ ਜਾਂਦਾ। ਉਹਨਾਂ ਵੱਲੋਂ ਕਿਹਾ ਜਾਂਦਾ ਕਿ ਪਹਿਲਾਂ ਵਿਜੀਲੈਂਸ ਬਿਊਰੋ ਦੀ ਫਾਈਲ ਲੈ ਕੇ ਆਓ, ਉਹਨਾਂ ਦੀ ਰਿਪੋਰਟ ਲੈ ਕੇ ਆਓ, ਉਸ ਤੋਂ ਬਾਅਦ ਇਹਦੇ ਤੇ ਕਾਰਵਾਈ ਕਰ ਸਕਦੇ ਹੋ। ਤੁਸੀਂ ਵਿਭਾਗੀ ਕਾਰਵਾਈ ਦੇ ਵਿੱਚੋਂ ਤੁਸੀਂ ਉਦੋਂ ਹੀ ਕਲੀਨ ਚਿੱਟ ਦੇ ਸਕਦੇ ਹੋ ਜਦੋਂ ਤੱਕ ਵਿਜੀਲੈਂਸ ਬਿਊਰੋ ਆਪਣੀ ਇੱਕ ਰਿਪੋਰਟ ਤਿਆਰ ਕਰਕੇ ਨਹੀਂ ਦਿੰਦੀ। ਸੋ ਇੱਥੇ ਵੀ ਇੱਕ ਕੋਸ਼ਿਸ਼ ਇੱਦਾਂ ਦੀ ਹੁੰਦੀ ਹੈ ਕਾਂਗਰਸ ਦੀ ਸਰਕਾਰ ਦੇ ਵਿੱਚ ਹੀ ਕਿ ਜਿਹੜੇ ਅੰਦਰਲੇ ਲੋਕ ਨੇ ਜਿਨ੍ਹਾਂ ਦਾ ਨਾਮ ਆਉਂਦਾ ਆ, ਜਿਨ੍ਹਾਂ ਦਾ ਨਾਮ ਆ ਵੀ ਸਕਦਾ ਆ, ਇਸ ਡਰ ਤੋਂ ਇਸ ਸਾਰੇ ਲੋਕਾਂ ਨੂੰ ਵਿਭਾਗੀ ਕਾਰਵਾਈ ਕਰਕੇ ਕਲੀਨ ਚਿੱਟ ਦੇ ਕੇ ਇੱਕ ਤਰ੍ਹਾਂ ਬਰੀ ਕਰ ਦਿੱਤਾ ਜਾਵੇ ਤਾਂ ਕਿ ਇਹ ਮਾਮਲਾ ਹੋਰ ਜ਼ਿਆਦਾ ਗਰਮੀ ਨਾ ਫੜੇ। ਲੇਕਿਨ
ਅਗਲੀਆਂ ਇਲੈਕਸ਼ਨ 2022 ਦੀਆਂ ਜਦੋਂ ਹੁਣ ਆਉਂਦੀਆਂ ਨੇ ਤਾਂ ਉਸ ਟਾਈਮ ਵੀ ਇਹ ਮਸਲਾ ਜਿਹੜਾ ਕੰਟੀਨਿਊ ਚੱਲਦਾ, 2018 ਚ ਵੀ, 20 ਚ ਵੀ, 21 ਚ ਵੀ। 2021 ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਪਾਉਂਦੇ ਨੇ ਕੁਝ ਲੋਕ ਕਿ ਇਹ ਸਾਰਾ ਮਸਲਾ ਜਿਹੜਾ ਆ ਇਹਨੂੰ CBI ਨੂੰ ਦੇ ਦੇਣਾ ਚਾਹੀਦਾ। ਪੰਜਾਬ ਹਰਿਆਣਾ ਹਾਈ ਕੋਰਟ ਇਸ ਚੀਜ਼ ਨੂੰ ਨਹੀਂ ਮੰਨਦੇ। ਉਹ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਕਹਿੰਦੇ ਨੇ ਕਿ CM ਪੰਜਾਬ ਸਰਕਾਰ ਨੂੰ ਕਹਿੰਦੇ ਨੇ ਕਿ ਇਹਦੀ ਜਿਹੜੀ ਜਲਦੀ ਕਾਰਵਾਈ ਮੁਕੰਮਲ ਕਰੋ। ਇਹ CBI ਕੋਲ ਹੀ ਹੈ, ਤੁਸੀਂ ਇਹਦੀ ਕਾਰਵਾਈ ਨੂੰ ਜਲਦੀ ਫਾਸਟ ਪੇਸ ਤੇ ਕਰੋ, ਪਰ ਉਹ ਕਾਰਵਾਈ ਨਹੀਂ ਹੁੰਦੀ। ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਤਾਂ ਹੋਰ ਵੀ ਜਿਹੜੇ ਸਕੈਮ ਹੁੰਦੇ ਆ ਉਹਨਾਂ ਤੇ ਵੀ ਕਾਰਵਾਈ ਖੋਲਣ ਦਾ ਕਿਹਾ ਜਾਂਦਾ, ਜਿਵੇਂ ਪੋਸਟ ਮੈਟ੍ਰਿਕ ਸਕੈਮ ਵਗੈਰਾ, ਪਰ ਅਸਲ ਦੇ ਵਿੱਚ ਉਹ ਕੁਝ ਕਰ ਨਹੀਂ ਪਾਉਂਦੇ। ਉਹਨਾਂ ਕੋਲ ਸਮਾਂ ਵੀ ਘੱਟ ਸੀ ਔਰ ਉਹਨਾਂ ਨੇ ਐਲਾਨ ਵੀ ਬਹੁਤ ਜ਼ਿਆਦਾ ਕਰਨੀ ਸੀ। ਪਰ ਇੰਟਰਸਟਿੰਗਲੀ ਜਿਹੜੀ ਸਰਕਾਰ ਆਪਣੀ ਹੈਗੀ ਆ ਭਗਵੰਤ ਮਾਨ ਸਰਕਾਰ, ਭਗਵੰਤ ਮਾਨ ਜੀ ਵੱਲੋਂ ਹੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਉਸ ਟਾਈਮ ਇਸ ਮਾਮਲੇ ਨੂੰ ਪੁਰਜ਼ੋਰ ਤਰੀਕੇ ਨਾਲ ਚੱਕਿਆ ਗਿਆ ਸੀ ਔਰ ਕਈ ਤੱਥ ਜਿਹੜੀਆਂ ਕਈ ਗੱਲਾਂ ਇਸ ਵੀਡੀਓ 'ਚ ਮੈਂ ਕਹੀਆਂ ਵੀ ਆ, ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀਆਂ ਉਹਨਾਂ ਨੇ ਕਹੀਆਂ ਸੀ ਕਿ ਅਸੀਂ ਜਦੋਂ ਆ ਗਏ, ਸਾਡੀ ਸਰਕਾਰ ਆ ਗਈ ਤਾਂ ਅਸੀਂ ਇਹ ਸਾਰੇ ਮਸਲੇ ਨੂੰ ਫਾਸਟ ਪੇਸ ਤੇ ਜਾ ਕੇ ਨਿਬੇੜ ਦਾਂਗੇ। ਪਰ ਹੁਣ ਹਜੇ ਖੈਰ 2 ਹੀ ਮਹੀਨੇ ਹੋਏ ਆ ਭਗਵੰਤ ਮਾਨ ਸਰਕਾਰ ਨੂੰ ਬਣੇ ਹੋਇਆ। ਹੁਣ ਤੱਕ ਇਰੀਗੇਸ਼ਨ ਸਕੈਮ ਕੇਸ ਦੇ ਵਿੱਚ ਗੁਰਿੰਦਰ ਸਿੰਘ ਪਾਪਾ ਨੂੰ ਹੀ ਮੇਨ ਮਾਸਟਰਮਾਈਂਡ ਬਣਾ ਕੇ ਰੱਖ ਲਿਆ ਗਿਆ, ਲੇਕਿਨ ਉਹ ਇੱਕ ਛੋਟਾ ਜਿਹਾ ਕੰਟਰੈਕਟਰ ਐਡੀ ਵੱਡੀ ਅਪਰੋਚ ਨਹੀਂ ਰੱਖ ਸਕਦਾ ਕਿ ਉਹ ਐਡੇ ਵੱਡੇ ਲੈਵਲ ਤੇ ਟੈਂਡਰਾਂ ਦੇ ਨਾਲ ਇੱਕ ਤਰ੍ਹਾਂ ਨਾਲ ਆਪਣੇ ਲਈ ਜਿਵੇਂ ਆਪਾਂ ਆਪਣੇ ਲਈ ਕੱਪੜੇ ਬਣਾਉਣੇ ਆਪਣੀ ਫਿਟਿੰਗ ਦੇ ਹਿਸਾਬ ਦੇ, ਉਸੇ ਹਿਸਾਬ ਦੇ ਆਪਣੇ ਲਈ ਟੈਂਡਰ ਬਣਾ ਰਿਹਾ ਸੀ ਉਹ ਬੰਦਾ। ਸੋ ਸਰਟਨਲੀ ਇਹਦੇ ਵਿੱਚ ਉਹ ਲੋਕਾਂ ਦੀ ਇਨਵੋਲਵਮੈਂਟ ਹੋਏਗੀ ਜਿਹੜੇ ਲੋਕ ਅੰਦਰੋਂ ਸਭ ਕੁਝ ਰਨ ਕਰਦੇ ਆ। 3 IAS ਆਫੀਸਰ, ਫਾਰਮਰ ਮਿਨਿਸਟਰ ਐਂਡ MLAs ਦੇ ਨਾਮ ਆ, ਹੋਰ ਵੀ ਨਾਮ ਹੋ ਸਕਦੇ ਔਰ ਇਹਨਾਂ ਨਾਮਾਂ ਦੀ ਵੀ ਫਰਦਰ ਪੁਸ਼ਟੀ ਹੋ ਸਕਦੀ ਹੈ ਕਿ ਕੀ ਇਹ ਵਾਕਈ ਇਨਵੋਲਵਡ ਸੀ ਜਾਂ ਇੱਕ ਸਾਜ਼ਿਸ਼ ਸੀ। ਪਰ ਇਹ ਕੰਮ ਕਰੇ ਕੌਣ? ਇਹ ਕੰਮ ਕਰਨ ਦੇ ਲਈ ਇੱਕ ਫੇਅਰ ਐਂਡ ਜਸਟ ਇਨਵੈਸਟੀਗੇਸ਼ਨ ਦੀ ਲੋੜ ਹੈ। ਆਪਾਂ ਅਲਟੀਮੇਟਲੀ ਆ ਕੇ ਸਾਰਾ ਕੁਝ IAS ਆਫੀਸਰ ਜਾਂ ਇੱਕ IAS ਆਫੀਸਰ ਨੂੰ ਜਾਂ ਪੋਲੀਟੀਸ਼ੀਅਨਸ ਨੂੰ ਕਰਪਟ ਕਹਿ ਕੇ ਖਤਮ ਕਰ ਦਿੰਦੇ ਆ ਕਿ ਇੱਕ ਸਿਸਟਮ ਹੀ ਕਰਪਟ ਹੈ। ਇਹ ਗੱਲ ਨਹੀਂ ਹੈ। ਮੇਰੇ ਅਕੋਰਡਿੰਗਲੀ ਜਿੰਨੀ ਕਿ ਮੈਂ ਰਿਸਰਚ ਕਰਕੇ ਸਾਹਮਣੇ ਆਇਆ ਹੈ ਕਿ ਇੱਕ ਕਰਪਟ IAS ਆਫੀਸਰ ਦੇ ਨਾਲੋਂ ਜ਼ਿਆਦਾ ਖਤਰਨਾਕ ਉਹ IAS ਆਫੀਸਰ ਹੁੰਦਾ ਜਿਹੜਾ ਉਹ ਕਰਪਟ IAS ਹੈ ਪਲੱਸ ਉਹਦੇ ਉੱਪਰ ਸਰਕਾਰੀ ਸਰਪ੍ਰਸਤੀ ਵੀ ਹੈ, ਜਿਹਦੇ ਨਾਲ ਉਹ ਪੂਰੇ ਦੇ ਪੂਰੇ ਸਿਸਟਮ ਨੂੰ ਗੰਦਾ ਕਰਦਾ ਹੈ ਕਿ ਪੂਰੇ ਡਿਪਾਰਟਮੈਂਟ ਦੇ ਉੱਤੇ ਕਲੰਕ ਲਗਾ ਦਿੰਦਾ ਆਉਣ ਵਾਲੇ ਕਈ ਸਾਲਾਂ ਦੇ ਲਈ। ਹੁਣ ਦੇਖਣਾ ਹੋਊਗਾ ਭਗਵੰਤ ਮਾਨ ਸਰਕਾਰ ਜਿਹੜੀ ਨਵੀਂ ਸਰਕਾਰ ਆ ਇਹਦੀ ਫਰਦਰ ਇਨਵੈਸਟੀਗੇਸ਼ਨ ਕਿੱਧਰ ਨੂੰ ਜਾਂਦੀ ਹੈ ਜਾਂ ਨਹੀਂ ਵੀ ਜਾਂਦੀ। ਜੋ ਵੀ ਅਪਡੇਟ ਹੋ ਗਈਆਂ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ। ਮੇਰੀ ਜ਼ਿੰਮੇਵਾਰੀ ਸੀ ਤੁਹਾਨੂੰ ਐਕਸਪਲੇਨ ਕਰਨਾ। ਅੱਛਾ ਲੱਗਿਆ ਤੁਹਾਨੂੰ ਵੀਡੀਓ ਤਾਂ ਡੂ ਸ਼ੇਅਰ ਫॉर ਮੀ। ਥੈਂਕ ਯੂ।